ਸਤਿ ਸ਼੍ਰੀ ਅਕਾਲ ਜੀ। ਸ਼ਿਵ ਪੰਜਾਬੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਜੋ ਵੀਡੀਓ ਬਣਾਈ ਸੀ ਉਸ ਦੇ ਵਿੱਚ ਅਸੀਂ ਇੰਡੀਅਨ ਮਾਡਰਨ ਹਿਸਟਰੀ 1857 1857 ਤੋਂ ਲੈ ਕੇ 1920 ਤੱਕ ਕਰ ਲਈ ਸੀ, ਨੌਨ ਕੋਆਪਰੇਸ਼ਨ ਮੂਵਮੈਂਟ ਤੱਕ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ 40 ਮਿੰਟ ਦੇ ਵਿੱਚ 1947 ਤੱਕ ਜਿੰਨੀ ਵੀ ਸਾਡੀ ਮਾਡਰਨ ਹਿਸਟਰੀ ਹੈ ਉਹ ਖਤਮ ਕਰ ਲਈਏ। ਠੀਕ ਹੈ, ਤਾਂ ਬਿਨਾਂ ਕੋਈ ਦੇਰੀ ਕੀਤੇ ਹੋਏ हिस्ट्री, ठीक है, रिवीजन क्लासेस है। कल सारी रीजनिंग ਦੇ ਸਾਰੇ ਟੌਪਿਕਸ ਆਪਾਂ ਰਿਵਾਈਜ਼ ਕਰਾਂਗੇ 2 ਘੰਟੇ ਦੇ ਵਿੱਚ। ਠੀਕ ਹੈ, ਤੁਸੀਂ ਉਹ ਲਾਈਵ ਵੀ ਲਗਾ ਸਕਦੇ ਹੋ ਕਲਾਸ। ਠੀਕ, ਟਾਈਮ ਹੋਵੇਗਾ ਜੀ ਤੁਹਾਡਾ ਉਸ ਕਲਾਸ ਦਾ ਸਵੇਰੇ, ਠੀਕ ਹੈ, 10 ਤੋਂ ਨਹੀਂ 9 ਤੋਂ 11। ਠੀਕ ਹੈ, 9 ਤੋਂ 11 ਟਾਈਮ ਰੱਖ ਲਾਂਗੇ। ਸਵੇਰੇ 9 ਤੋਂ 11 ਵਜੇ ਤੱਕ ਆਪਾਂ ਸਾਰੀ ਰੀਜ਼ਨਿੰਗ 2 ਘੰਟੇ 'ਚ ਖਤਮ ਕਰ ਦਾਂਗੇ ਰਿਵੀਜ਼ਨ। ਤੇ ਉਸ ਤੋਂ ਅਗਲੇ ਦਿਨ ਸਾਰਾ ਦਾ ਸਾਰਾ ਮੈਥਮੈਟਿਕਸ। ਠੀਕ ਹੈ, ਤੇ ਬੜਾ ਵਧੀਆ ਹੋ ਜਾਏਗਾ ਤੁਹਾਡਾ ਪੇਪਰ ਤੋਂ ਪਹਿਲਾਂ। ਤਾਂ ਸਮਾਂ ਨਾ ਬਰਬਾਦ ਕਰਦੇ ਹੋਏ ਤੁਹਾਨੂੰ ਯਾਦ ਹੋਏਗਾ 1920 ਆਖਰੀ ਸੀ ਕੱਲ, ਨੌਨ ਕੋਆਪਰੇਸ਼ਨ ਮੂਵਮੈਂਟ। ਠੀਕ ਹੈ, ਨੌਨ ਕੋਆਪਰੇਸ਼ਨ ਮੂਵਮੈਂਟ ਐਂਡ ਹੁੰਦੀ ਹੈ 1922 ਦੇ ਵਿੱਚ। ਚੋਰਾ ਚੋਰੀ ਇਵੈਂਟ। ਚੋਰਾ ਚੋਰੀ ਇਵੈਂਟ 'ਚ ਕੀ ਹੁੰਦਾ ਹੈ ਜੀ? ਪੁਲਿਸ ਸਟੇਸ਼ਨ ਫੂਕ ਦਿੱਤਾ ਜਾਂਦਾ, ਲੋਕਾਂ ਵੱਲੋਂ ਜਲਾ ਦਿੱਤਾ ਜਾਂਦਾ। ਤਾਂ ਗਾਂਧੀ ਜੀ ਦੀ ਥਿਉਰੀ ਸੀ ਨੌਨ ਵਾਇਲੈਂਟ, ਤੇ ਇੱਥੇ ਵਾਇਲੈਂਸ ਬਹੁਤ ਹੋਈ ਚੋਰਾ ਚੋਰੀ ਇਵੈਂਟ ਦੇ ਵਿੱਚ। ਤਾਂ ਨੌਨ ਕੋਆਪਰੇਸ਼ਨ ਮੂਵਮੈਂਟ ਸਟਾਪਡ ਕਦੋਂ ਹੋਈ? 1922। ਠੀਕ ਹੈ, ਸਟਾਪਡ ਹੋਈ ਤੁਹਾਡੀ ਨੌਨ ਕੋਆਪਰੇਸ਼ਨ ਮੂਵਮੈਂਟ। ਲੋਕਾਂ ਨੇ ਪੁਲਿਸ ਸਟੇਸ਼ਨ ਬਰਨ ਕਰਤਾ ਸੀ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਕੋਈ ਵੀ ਜਦੋਂ ਪਾਰਟੀਸ਼ਨ ਜਾਂ ਕੁਝ ਹੋਏਗਾ ਤਾਂ 1 ਸਾਲ ਬਾਅਦ ਵੀ ਪਾਰਟੀ ਬਣੇਗੀ। ਹੋਇਆ ਕਿ ਇਨ 1922 ਮਹਾਤਮਾ ਗਾਂਧੀ was put into जेल। ठीक है, महात्मा गांधी जी ਨੂੰ ਜੇਲ੍ਹ ਹੋ ਜਾਂਦੀ ਹੈ 6 ਸਾਲ ਦੀ। ਸੈਡੀਸ਼ਨ ਚਾਰजेस ਤੁਹਾਨੂੰ ਪਤਾ ਹੋਵੇਗਾ ਸੈਡੀਸ਼ਨ ਦਾ। ਤੇ 1923 ਦੇ ਵਿੱਚ ਪੀਪੀਐਸਸੀ ਨੇ ਕੁਐਸਚਨ ਪੁੱਛਿਆ ਹੈ, ਸਵਰਾਜ ਪਾਰਟੀ ਫਾਰਮ ਹੁੰਦੀ ਹੈ ਜੀ ਮੋਤੀ ਲਾਲ ਨਹਿਰੂ ਪਲੱਸ CR ਦਾਸ। ਠੀਕ ਹੈ, 2 ਫਾਊਂਡਰ ਸੀ ਇਸ ਦੇ। ਪੇਪਰ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਕਿ ਤੁਹਾਡੀ ਸਵਰਾਜ ਪਾਰਟੀ ਕਦੋਂ ਬਣੀ ਅਤੇ ਕਿਸ ਕਿਸ ਨੇ ਬਣਾਈ? ਮੋਤੀ ਲਾਲ ਨਹਿਰੂ ਐਂਡ CR ਦਾਸ। ਸਵਰਾਜ ਪਾਰਟੀ 1923। ਇਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ 1990 ਮੋਂਟੇਕ ਕੈਮਸਫੋਰਡ ਰਿਫਾਰਮਸ ਜੋ ਹੈ ਇੰਡੀਅਨ ਕਾਉਂਸਿਲ ਐਕਟ 1990। ਮੋਂਟੇਕ ਕੈਮਸਫੋਰਡ ਸੀ ਤਾਂ ਉਸਨੇ ਸਭ ਤੋਂ ਵੱਡੀ ਦੇਣ ਕੀ ਦਿੱਤੀ ਇਸ ਨੂੰ? ਸਭ ਤੋਂ ਵੱਡਾ ਆਊਟਕਮ ਕੀ ਸੀ ਉਸਦਾ? ਡਾਇਆਰਕੀ। ਠੀਕ ਹੈ, ਤਾਂ ਡਾਇਆਰਕੀ ਦੀ ਇਫੈਕਟਿਵਨੈਸ ਚੈੱਕ ਕਰਨ ਲਈ 3 ਕਮੇਟੀਆਂ ਆਈ ਸੀ। ਪੁੱਛ ਸਕਦਾ ਹੈ ਵਿਚ ਆਫ ਦਾ ਫੋਲੋਇੰਗ ਕਮੇਟੀ ਇਜ਼ ਨੋਟ ਕਰੈਕਟ ਫॉर ਡਾਇਆਰਕੀ। ਠੀਕ ਹੈ, ਤਾਂ देयर वर इंपॉर्टेंट है जी बहुत। थ्री कमेटीज to check effectiveness of diarchy। ठीक है जी, diarchy 3 ਕਮੇਟੀ ਸੀ ਟੋਟਲ। ਤਿੰਨਾਂ ਦੇ ਮੈਂ ਨਾਮ ਲਿਖਾਉਂਗਾ ਜੀ ਤੁਹਾਨੂੰ। ਸਭ ਤੋਂ ਪਹਿਲੀ ਕਮੇਟੀ ਹੈ ਜੀ ਤੁਹਾਡੀ 1924 ਚ ਮੁੱਦੀਮਨ ਕਮੇਟੀ। ਇਹ ਤੁਹਾਡੇ ਲਈ ਪੜ੍ਹਨਾ ਥੋੜਾ ਬੋਰਿੰਗ ਹੋ ਸਕਦਾ ਹੈ, ਪਰ ਜੇ ਪੇਪਰ 'ਚ ਕੁਐਸਚਨ ਆ ਗਿਆ, ਮੇਰਾ ਯਕੀਨ ਕਰੋ 80% ਬੱਚਿਆਂ ਨੂੰ ਇਸ ਦਾ ਉੱਤਰ ਨਹੀਂ ਪਤਾ ਹੋਵੇਗਾ ਕਿ ਡਾਇਆਰਕੀ ਦੀ ਇਫੈਕਟਿਵਨੈਸ ਚੈੱਕ ਕਰਨ ਲਈ which 3 committees were appointed। ਠੀਕ ਹੈ, ਤਾਂ 1924 ਵਿੱਚ ਮੁੱਦੀਮਨ ਕਮੇਟੀ ਅਲੈਗਜ਼ੈਂਡਰ ਮੁੱਦੀਮਨ ਦੇ ਨਾਮ ਤੋਂ ਬਣੀ ਸੀ। ਠੀਕ ਹੈ, ਅਲੈਗਜ਼ੈਂਡਰ ਮੁੱਦੀਮਨ। ठीक है, इंपोर्टेंट क्यों होने दसूंगा। सेकंड सी 1927 ਦਾ
साइमन कमीशन वॉज अपॉइंटेड। ਸਾਈਮਨ ਕਮਿਸ਼ਨ ਬਹੁਤ ਇੰਪੋਰਟੈਂਟ ਹੈ ਪੰਜਾਬ ਲਈ, ਕਿਉਂਕਿ ਲਾਲਾ ਲਾਜਪਤ ਰਾਏ ਜਦੋਂ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ, ਪ੍ਰੋਟੈਸਟ ਕਰਨ ਦਾ ਰੀਜ਼ਨ ਕੀ ਸੀ? ਸਾਈਮਨ ਕਮਿਸ਼ਨ ਵਾਸ 올 ਵਾਈਟ ਕਮਿਸ਼ਨ, ਇਸ ਦੇ ਵਿੱਚ ਕੋਈ ਵੀ ਇੰਡੀਅਨ ਨਹੀਂ ਸੀ, ਜਿਸ ਕਰਕੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪੁੱਛ ਸਕਦਾ ਹੈ ਵਿਚ ਆਫ ਦਾ ਫੋਲੋਇੰਗ ਕਮਿਸ਼ਨ ਵਾਸ 올 ਨੋਨ ਐਜ਼ ਆਲਸੋ 올 ਵਾਈਟ ਕਮਿਸ਼ਨ, ਦੈਟ ਇਜ਼ ਸਾਈਮਨ ਕਮਿਸ਼ਨ। ਅਪਾਇੰਟ ਹੁੰਦਾ ਹੈ 1927, it came to India, ठीक है। 1928 ਦੇ ਵਿੱਚ ਸਾਈਮਨ ਕਮਿਸ਼ਨ ਇੰਡੀਆ ਆਂਦਾ ਹੈ। ਟ੍ਰਿਕ ਕਿਆ ਹੈ ਉਸ ਦੀ? ਸਾਈਮਨ ਦਾ ਲਾਸਟ ਲੈਟਰ ਹੈ N, ਕਮਿਸ਼ਨ ਦਾ ਲਾਸਟ ਲੈਟਰ ਹੈ N, N ਦੀ ਵੈਲਿਊ ਰੀਜ਼ਨਿੰਗ ਦੇ ਵਿੱਚ 14 ਹੁੰਦੀ ਹੈ। ਤੁਹਾਨੂੰ ਨਹੀਂ ਪਤਾ ਹੈ ਤਾਂ ਕੱਲ ਜੋ ਰੀਜ਼ਨਿੰਗ ਦੀ ਫੁੱਲ ਲੈਂਥ ਰਿਵੀਜ਼ਨ ਹੋਏਗੀ ਨਾ, ਫੁੱਲ ਸਾਰਾ ਕੁਝ ਰਿਵਾਈਜ਼ ਕਰ ਦਾਂਗੇ 2 ਘੰਟੇ ਦੇ ਵਿੱਚ। ਤੁਹਾਡਾ ਵੀ ਟਾਈਮ ਬਚੇਗਾ, ਤੁਹਾਨੂੰ ਮਜ਼ਾ ਵੀ ਆਏਗਾ ਸਾਰਾ ਕੁਝ ਕਰਕੇ। ਐਵੇਂ ਨਹੀਂ ਹੈ ਕਿ ਤੁਹਾਨੂੰ ਰੱਟਾ ਵਜਵਾਉਂਗਾ, ਸਮਝਾਉਂਗਾ ਕਿਵੇਂ ਰੀਜ਼ਨਿੰਗ ਕਰਨੀ ਹੈ, ਠੀਕ ਹੈ। ਤੇ ਜੋ ਮੇਰੇ ਸਟੂਡੈਂਟਸ ਹੈ ਪਹਿਲਾਂ ਤੋਂ ਸੌਫਟ, ਤੁਸੀਂ ਸੀ ਸੈਟ ਵੀ ਕਹਿ ਸਕਦੇ ਹੋ ਇਸ ਨੂੰ, ਸੀ ਸੈਟ ਦੇ ਸਟੂਡੈਂਟ ਹੈ, ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਸ ਦੀ ਵੈਲਿਊ 1449 ਹੈ। ਸਾਈਮਨ ਕਮਿਸ਼ਨ N 14 + 14 28। ਜਿਵੇਂ ਨੌਨ ਕੋਆਪਰੇਸ਼ਨ ਟੀਨ ਏਜ ਕ੍ਰੋਸ ਕਰਨ ਤੋਂ ਬਾਅਦ 20 ਦੇ ਵਿੱਚ ਸਾਈਮਨ ਕਮਿਸ਼ਨ N 14 + 14 = 28, याद रख सकते हो, ठीक है। एंड थर्ड कमीशन का नाम लिखो जी, बटलर कमीशन। ठीक है, बटलर कमीशन थर्ड है ਤੁਹਾਡਾ। ਇਹ ਇੰਡੀਆ ਕਦੋਂ ਆਇਆ बटलर कमीशन? 1928 नहीं, इसका साल मैंने कंफर्म नहीं है, माफ करियो जी। बट हाँ, कमीशन 3 इंपॉर्टेंट है, तिन्ना विचों एक दा ही साल इंपॉर्टेंट है ਤੁਹਾਡਾ ਸਾਈਮਨ ਕਮਿਸ਼ਨ, क्योंकि लाला लाजपत राय ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਜਦੋਂ ਉਹਨਾਂ ਤੇ ਲਾਠੀ ਚਾਰਜ ਹੋਇਆ, ਠੀਕ ਹੈ। ਤੇ 1928 ਵਿੱਚ ਹੀ ਲਾਲਾ ਲਾਜਪਤ ਰਾਏ ਸ਼ਹੀਦ ਹੁੰਦੇ ਹਨ। ਸਾਈਮਨ ਕਮਿਸ਼ਨ 1927 ਦੇ ਵਿੱਚ ਅਪਾਇੰਟ ਹੋਇਆ, ਇੰਡੀਆ 1 ਸਾਲ ਬਾਅਦ 1928 ਵਿੱਚ ਆਇਆ। ਤਾਂ ਜੇ ਸਾਈਮਨ ਕਮਿਸ਼ਨ ਦਾ ਕੁਐਸਚਨ ਆ ਗਿਆ ਪੇਪਰ 'ਚ, ਬੀ ਕੇਅਰਫੁਲ ਅਬਾਊਟ ਈਅਰਸ, ਠੀਕ ਹੈ। 3 ਕਮਿਸ਼ਨ ਪਤਾ ਲੱਗ ਗਏ। ਮੁੱਦੀਮਨ ਅਲੈਗਜ਼ੈਂਡਰ ਦਾ ਨੇਮ ਸੀ ਕਮੇਟੀ। ਸਾਈਮਨ ਕਮਿਸ਼ਨ ਆਲਸੋ ਨੋਨ ਐਜ਼ ਆਲ ਵਾਈਟ ਕਮਿਸ਼ਨ, ਸਾਰੇ ਅੰਗਰੇਜ਼ ਗੋਰੇ। ਥਰਡ ਬਟਲਰ ਕਮਿਸ਼ਨ, ਠੀਕ ਹੈ। ਇਸ ਤੋਂ ਜ਼ਿਆਦਾ ਤੁਸੀਂ ਟਾਈਮ ਵੇਸਟ ਨਹੀਂ ਕਰਨਾ ਹੈ ਜੀ ਇਸ ਤੇ। ਇਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। ਇਸ ਤੋਂ ਬਾਅਦ ਤੁਹਾਡੀ ਇੰਪੋਰਟੈਂਟ ਹੈ ਜੀ ਮੋਤੀਲਾਲ ਨਹਿਰੂ ਰਿਪੋਰਟ। ਮੋਤੀਲਾਲ ਨਹਿਰੂ ਜੀ ਨੇ ਕੀ ਰਿਪੋਰਟ ਦਿੱਤੀ ਸੀ ਕਿ ਇੰਡੀਆ ਨੂੰ ਡੋਮੀਨੀਅਨ ਸਟੇਟਸ ਮਿਲ ਜਾਏ, ਠੀਕ ਹੈ, ਤੇ ਸੈਪਰੇਟ ਇਲੈਕਟੋਰਲ ਬੰਦ ਹੋ ਜਾਵੇ। ਤਾਂ ਇਹ ਕਦ ਦਿੱਤੀ ਮੋਤੀਲਾਲ ਨਹਿਰੂ ਰਿਪੋਰਟ ਦਾ? ਸਿਰਫ ਈਅਰ ਇੰਪੋਰਟੈਂਟ ਹੈ 1928, ਇਸ ਤੋਂ ਜ਼ਿਆਦਾ ਟਾਈਮ ਵੇਸਟ ਨਾ ਕਰੋ। नेक्स्ट है सब तो इंपॉर्टेंट 1929 कांग्रेस सेशन एट लाहौर। कांग्रेस सेशन लाहौर इंपॉर्टेंस की है? सब तो पहला ट्राई कलर वॉज फर्स्ट टाइम अनफ्लड on the bank of रावी रिवर। डेट भी लिख सकते हो 31 दिसंबर 1929। मैं एक बार इस इंक फिल कर रहा जी, तुसी शुरू कर सकते हो अगे। एक बार तब तक रिवाइज कर लो, टाइम वेस्ट ना करो अपना जी। ਲਾਹੌਰ ਸੈਸ਼ਨ ਬਹੁਤ ਇੰਪੋਰਟੈਂਟ ਹੈ ਜੀ, ਪੀਪੀਐਸਸੀ ਐਗਜ਼ੈਕਟਿਵ ਦੇ ਵਿੱਚ ਇੱਥੋਂ ਕੁਐਸਚਨ ਪੁੱਛੇ ਗਏ ਹਨ, ਤਾਂ ਇਸ ਨੂੰ ਲਾਈਟਲੀ ਨਾ ਲੈ ਲਿਓ ਜੀ। ठीक है, लाहौर सेशन
ਤਾਂ ਫਸਟ ਟਾਈਮ ਟ੍ਰਾਈ ਕਲਰ ਕਿਸ ਰਿਵਰ ਦੇ ਬੈਂਕ ਤੇ ਅਨਫਲਰ ਹੋਇਆ ਤੇ ਸਾਲ 1929 ਸੈਸ਼ਨ ਲਾਹੌਰ ਸੈਸ਼ਨ। ਇੰਡੀਆ ਦਾ ਰਿਪਬਲਿਕ ਡੇ ਫਸਟ ਟਾਈਮ ਆਪਾਂ ਇਨਫੋਰਸ ਕਰਨ ਲਈ ਕਨਸਟੀਟਿਊਸ਼ਨ 26 ਜਨਵਰੀ ਹੀ ਕਿਉਂ ਚੂਜ਼ ਕੀਤਾ, ਹੁਣ ਮੈਂ ਉਹ ਲਿਖਾਂਦਾ ਤੁਹਾਨੂੰ। ਸੇਮ ਸੈਸ਼ਨ 1929 26th Jan 1930 Indian National Congress celebrated first Independence Day। सेम सेशन पूछ सकता है कि इन विच सेशन कांग्रेस सेलिब्रेटेड फर्स्ट इंडियन इंडिपेंडेंस डे। लाहौर सेशन 1929। बट हाँ ਇਹ ਦਸੰਬਰ ਚ ਸ਼ੁਰੂ ਹੁੰਦਾ ਹੈ ਤੁਹਾਡਾ ਸੈਸ਼ਨ, ਜਨਵਰੀ ਤੱਕ ਚੱਲਦਾ ਹੈ। ਤਾਂ ਇੱਥੇ ਵੀ ਜਿਵੇਂ ਸਾਈਮਨ ਕਮਿਸ਼ਨ 1927 ਚ ਅਪਾਇੰਟ ਹੋਇਆ, 28 ਵਿੱਚ ਇੰਡੀਆ ਆਇਆ, ਠੀਕ ਹੈ। यहाँ पे भी सेम 1929 सेशन एंड 1930 26 जन को हमने फर्स्ट इंडिपेंडेंस डे सेलिब्रेट किया कांग्रेस ने। और आपका फर्स्ट टाइम कब नेशनल फ्लैग अनफ्लर हुआ 1929। और 1929 में ही इंडिया ने फॉरेन क्लॉथ बाइकआउट शुरू किया था जी, ठीक है। फॉरेन क्लॉथ बाइकआउट मूवमेंट कब आई प्लीज लिख लीजिए, 1929 फॉरेन क्लॉथ बाइकआउट। ये 80% स्टूडेंट्स को नहीं पता होगा वहां पे, ट्रस्ट मी, ठीक है, क्योंकि इतना डेप्थ में नहीं पढ़ के जाते हम। नेक्स्ट फैक्ट पे आते हैं जी, इसको रब कर रहा हूं, आप वीडियो रोक के भी देख सकते हैं। अब चलते हैं जी सबसे इंपॉर्टेंट ईयर 1930। सबसे पहले तो 1930 की सिविल डिसओबीडियंस मूवमेंट, पीपीएससी एग्जेक्टिव में कई बार पूछ चुका है आपसे, ठीक है, सिविल डिसओबीडियंस मूवमेंट। उसके बाद सिविल डिसओबीडियंस मूवमेंट आपकी 1930 से चलेगी 1934, ठीक है। और 1930 में ही गांधी जी डांडी मार्च शुरू करेंगे फ्रॉम साबरमती आश्रम गुजरात टू डांडी, ठीक है। इसीलिए इसको डांडी मार्च कहा जाता है जी, ठीक है। अगर मुश्किल क्वेश्चन पूछना हुआ तो ये 12 मार्च को शुरू हुआ था जी आपका डांडी मार्च, 30th अप्रैल तक चला था, ठीक है। आप इसको भी लिख सकते हो 12 मार्च टू 30th अप्रैल। और गांधी जी 240 माइल पैदल चले थे, टोटल 240 माइल्स जर्नी, ठीक है। तो डांडी मार्च इंपॉर्टेंट है। सिविल डिसओबीडियंस मूवमेंट भी हमने शुरू कर दी थी 1930 में। और 1930 में आपके जो फर्स्ट फॉरेनर है जिनको भारत रत्न मिला है, उनका नाम है अब्दुल गफ्फार खान। फर्स्ट फॉरेनर टू रिसीव भारत रत्न, हाईएस्ट सिविलियन अवार्ड आपको पता है भारत रत्न है। तो 1930 में ही रेड शर्ट मूवमेंट शुरू हुई थी जी, गांधी जी को सपोर्ट करने के लिए। बाय खान अब्दुल गफ्फार खान, ठीक है। ये आप लिख लीजिए 1930 में ही आपकी रेड शर्ट मूवमेंट बाय खान अब्दुल गफ्फार खान। ट्रस्ट मी, ऐसे छोटे छोटे फैक्ट्स अगर पेपर में पूछ लिए गए, 2 क्वेश्चन भी पूछ ले चाहे, आपको लगेगा पेपर बहुत मुश्किल आया था, बट नो, इट वाज अ सिंपल क्वेश्चन, ठीक है। आगे बढ़ते हैं इससे। उसके बाद कहाँ गया ये 1930 बहुत इंपॉर्टेंट ईयर है जी आपका। जैसे 1919, ठीक है, 1919 में आपकी लीग ऑफ नेशन भी बन जाएगी,
ठीक है। परमानेंट इंटरनेशनल कोर्ट ऑफ जस्टिस, जैसे इंटरनेशनल कोर्ट ऑफ जस्टिस तो आपकी बनी है 1945 में, जुलाई में। परमानेंट, इससे पहले जो बॉडी थी वो थी परमानेंट कोर्ट ऑफ इंटरनेशनल जस्टिस, वो बन गई थी 1920 में जब आपकी नॉन कोऑपरेशन आई। पर मैं आपको वो सब कुछ नहीं करवा रहा क्योंकि आपके सिलेबस में स्पेसिफिकली इंडियन हिस्ट्री विद रिस्पेक्ट टू फ्रीडम स्ट्रगल लिखा हुआ है, ठीक है। तो हम उसी को पढ़ रहे हैं, एक्स्ट्रा कुछ नहीं पढ़ रहे। आगे जी आपका 1930 में और क्या हुआ, फर्स्ट राउंड टेबल कॉन्फ्रेंस। ये राउंड टेबल कॉन्फ्रेंस क्या चीज है, ध्यान से सुनो। 1935 में आपका गवर्नमेंट ऑफ इंडिया एक्ट आने वाला था, ठीक है, जिसको आप कहते हो मॉडर्न कॉन्स्टिट्यूशन का जो सीनियर कह सकते हो आप, ठीक है। उसके बाद कॉन्स्टिट्यूशन उसी के बेसिस पे है, काफी सारे प्रोविजन हमने वहां से बोरो किए, वो भी लिखवाऊंगा आज आपको। तो 1935 में जो गवर्नमेंट ऑफ इंडिया एक्ट आने वाला है वो कैसा होना चाहिए, उसके लिए इन्होंने लंदन में बुलाया, ठीक है, कांग्रेस को। बट कांग्रेस ने बायकॉट कर दिया। ठीक है, फर्स्ट राउंड टेबल कॉन्फ्रेंस, आपको बस साल पता होना चाहिए। और कांग्रेस ने बायकॉट किया। 1931 में आई सेकेंड राउंड टेबल कॉन्फ्रेंस। यहां पे दो इंपॉर्टेंट पर्सनैलिटीज जाएगी, महात्मा गांधी प्लस सरोजनी नायडू। इंपॉर्टेंट क्यों है, पीपीएससी ने पूछ लिया है ये पहले आपके एग्जेक्टिव में क्वेश्चन कि हु असिस्टेड महात्मा गांधी इन सेकेंड राउंड टेबल कॉन्फ्रेंस, दैट वाज सरोजनी नायडू। सरोजनी नायडू को बाद में इसका गिफ्ट क्या मिला, फर्स्ट फीमेल गवर्नर ऑफ एनी इंडिपेंडेंट इंडियन स्टेट, सरोजनी नायडू। इनके नाम से मैंने एक और चीज बताई थी, किसने कहा था कि मोहम्मद अली जिन्ना इज एम्बेसडर ऑफ हिंदू मुस्लिम यूनिटी 1916 में, ठीक है, सरोजनी नायडू। ठीक है, लखनऊ पैक्ट आपको याद होगा, जहां पे मॉडरेट्स, एक्सट्रीमिस्ट एंड आपके थर्ड कौन थे, मुस्लिम लीग एक साथ आ गए थे, एक टेबल पे बात करने के लिए तैयार हो गए थे। सेकेंड राउंड टेबल कॉन्फ्रेंस में गांधी जी को ही क्यों बुलाया गया, क्योंकि गांधी जी ने 1930 में नॉन कोऑपरेशन मूवमेंट शुरू करी। अंग्रेजों के बिजनेस को बहुत बड़ा लॉस हुआ, ठीक है। तो अंग्रेजों ने कोशिश की कि महात्मा गांधी को बुलाया जाए एक बारी लंदन, यहाँ पे टेबल पे बैठ के डिस्कशन की जाए। तो 1931 में गांधी जी गए सेकेंड राउंड टेबल कॉन्फ्रेंस में। उससे भी इंपॉर्टेंट, सेम ईयर 5 मार्च 1931 को गांधी इरविन पैक्ट साइन होता है टू स्टॉप सिविल disobedience